पतत पावन भगत वत्सल कृपा निधान जुगो जुग अटल परगुण गुरां की देह प्रताख हार धन धन आद श्री गुरु ग्रंथ ਸਾਹਿਬ महाराज जी ਦੀ परम पवित्र सत संगत हजूरी ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਕਰਕੇ महाराज साहब दियाँ खुशियाँ बख्शिशां प्राप्त कर रहे गुरु प्यारी खालसा साध संगत जी सतगुरु साहब जी की अपार बख्शिश कृपालता का सदका अमृत वेले तो ही गुरबाणी दे प्रवाह चल रहे हैं। झिम झिम अमृत वरसदा थिम थिम करके नाम अमृत की वर्खा हो रही है। पाठ रूप दे विच सतगुरां दी पवित्र गुरबाणी श्रवण कीती है। कीर्तन रूप दे विच हाजरियां भरियां ने। कथा दे रूप विच गुरबाणी जी विचार दा पन सुभाग समा प्राप्त होया है। धन धन साहिब श्री गुरु ग्रंथ साहिब महाराज जी दे लड़ीवार गुरबाणी कथा विचार दे विच हाजरियां भरिए सारी संगत आखो सतनाम श्री वाहिगुरु साहिब जी। सतनाम श्री वाहिगुरु साहिब जी। माज महला तीजा आप मन्याए ता सब किश पाए। धन धन श्री गुरु ग्रंथ साहिब महाराज दे परम पवित्र अंग 115 ਦੇ ਉੱਤੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੁਭਾਏਮਾਨ ਹੈ। ਮਾਝ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। आप न्याय ता सब किश पाए। सतगुरु जी कहते गुरां दी कृपा दे नाल जिहड़ा मनुख आपा भार नूं न्याय कहते ने गवा लवे दूर कर लवे तां उहनूं सब कुछ प्राप्त हो जाता है। आप गवाउणा ही औखा है पर इहनूं गवा के तां दूर तक करके वेखो आप की है भी जिहड़ा कहना मैं इदां कर देंगा, मैं आ कीता, मैं वो भी कीता, ये मेरा शरीर है। अपने बारे जिहड़ा हौमे दीयां गल्लां कहणियां बस अपने आप नूं अगे रखना भी मैं ही मैं हाँ, बस मैं ही कर सकदा। जदों किते कोई गल विगड़े कई लोग गल्लां करदे कहते भी जे मैं उत्थे हुंदा ना तां मैं इदां कर देना सी, जे मेरे नाल किसी ने इदां कीती ते मैं इदां करूँगा। इहो जिहियां जिन्नियां भी कई तरह दी गल्लां ने आपां इधर तुर पईए तां समां बहुत लग जूगा। बस मैं ही मैं करदे फिरदे हैं, यही रूल करनी है, मैं ही गवा दे बस तू ही निकले महाराज बस तू ही है सब कुछ, मैं तो कुछ भी नहीं है, मेरी तो की पाया है, कनैक्शन तो तेरे हाथ में है, जो मर्जी चाहे कट दवें। इस करके आपा भाव गवा दे। अहंकार करे ना, अहंकार करना भी काहदा है। जे तो कुछ होवे तो फिर तो बंदा कर भी लवे पर है ही कुछ नहीं है। बिल्कुल ऐन बुलबुले वांग ही है, पता नहीं किस वेले फिस जाना ते बहुता समा नहीं लगता। धन गुरु अमरदास साहिब जी कहते ने जे तू चाहना है कि मैनू सब कुछ रिधियां सिधियां खट संपत्ति मोख परमेश्वर की प्राप्ति आनंद खेड़ा
ਪ੍ਰਾਪਤ ਹੋਵੇ ਤਾਂ ਗੁਰੂ ਦੀ ਕਿਰਪਾ ਦੇ ਦੁਆਰਾ ਆਪ ਵੰਜਾਏ, ਆਪਣਾ ਭਾਵ ਨੂੰ ਗਵਾ ਦੇ, ਹਉਮੈ ਨੂੰ ਨਾਸ਼ ਕਰ ਦੇ। ਇਹ ਮਨ ਵਿੱਚ ਲਿਆ ਹੀ ਨਾ ਵੀ ਮੈਂ ਵੀ ਕੁਝ ਹਾਂ। ਇਹਨਾਂ ਚੀਜ਼ਾਂ ਨੂੰ ਕਹਿੰਦੇ ਜਦੋਂ ਦੂਰ ਕਰੇਗਾ ਆਪ ਵੰਜਾਏ ਤਾਂ ਸਭ ਕੁਛ ਪਾਏ, ਸਭ ਕੁਝ ਹੀ ਪ੍ਰਾਪਤ ਹੋ ਜੂ ਤੈਨੂੰ। ਜਦੋਂ ਤਾਂ ਆਪਾਂ ਸਾਧ ਸੰਗਤ ਕਿਸੇ ਚੀਜ਼ ਤੇ ਮੈਂ ਰੱਖਦੇ ਆ ਨਾ ਵੀ ਆਹ ਸ਼ੈ ਮੇਰੀ ਹੈ, ਘਰ ਦੇ ਵਿੱਚੋਂ ਵੀ ਆਪਾਂ ਕੁਝ ਚੀਜ਼ਾਂ ਆਖਾਂਗੇ ਮੇਰੀਆਂ ਨੇ, ਹਿੱਸਾ ਵੰਡਾਉਣ ਵਾਲੇ ਕਹਿ ਸਕਦੇ ਵੀ ਆਹ ਹਿੱਸਾ ਮੇਰਾ ਹੈ, ਪਰ ਉਹਦੇ ਵਿੱਚ ਸੀਮਤ ਚੀਜ਼ ਆ ਗਈ ਨਾ। ਕੀ ਹੋਊਗਾ, ਘਰ ਚੋਂ ਤੈਨੂੰ ਅੱਧਾ ਹਿੱਸਾ ਮਿਲ ਜੂਗਾ, ਥੋੜ੍ਹਾ ਵੱਧ ਮਿਲ ਜੂਗਾ, ਪਰ ਤੂੰ ਠਾਂ ਹੀ ਆ ਗਿਆ ਨਾ। ਪਰ ਜਦੋਂ ਹੰਕਾਰ ਦੂਰ ਕਰ ਦਿੱਤਾ ਕਹਿੰਦੇ ਸਾਰਾ ਕੁਝ ਹੀ ਤੇਰਾ, ਸਭ ਤੇਰਾ ਹੀ ਹੋ ਗਿਆ। ਇੱਕ ਕਹਿ ਕੇ ਤਾਂ ਵੇਖ ਮਹਾਰਾਜ ਮੇਰਾ ਕੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਸਰੀਰ ਤੋਂ ਲੈ ਕੇ ਪਦਾਰਥਾਂ ਤੀਕਰ ਦੀ ਮੇਲ ਛੱਡ ਦੇ, ਸਾਰਾ ਕੁਝ ਹੀ ਹੈ ਭਾਈ ਤੇਰਾ ਹੋ ਜੂਗਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਿਹੜਾ ਆਪ ਨਾਸ਼ ਕਰਦਾ ਹੈ ਉਹ ਸਭ ਕੁਝ ਹੀ ਪ੍ਰਾਪਤ ਕਰ ਲੈਂਦਾ। ਸਭ ਮਾਣ ਸਨਮਾਨ, ਸਭ ਪਦਾਰਥ ਹਉਮੈ ਨੂੰ ਦੂਰ ਕਰਕੇ ਮਿਲਦੇ ਹਨ। ਗੁਰ ਸ਼ਬਦੀ ਸੱਚੀ ਲਿਵ ਲਾਏ। ਪਰ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਗੁਰ ਸ਼ਬਦੀ ਨੇ। ਗੁਰ ਸ਼ਬਦੀਏ, ਗੁਰ ਸ਼ਬਦੀ ਕਿਹਨੂੰ ਕਹਿੰਦੇ ਹਨ? ਗੁਰੂ ਦੀ ਬਾਣੀ ਪੜ੍ਹਨ ਵਾਲਾ, ਗੁਰੂ ਦੀ ਬਾਣੀ ਨੂੰ ਮੰਨਣ ਵਾਲਾ, ਗੁਰੂ ਦੇ ਉਪਦੇਸ਼ ਨੂੰ ਹੀ ਸਭ ਕੁਝ ਜਾਣਦਾ ਹੈ। ਜੋ ਗੁਰੂ ਨੇ ਕਿਹਾ ਉਹ ਠੀਕ ਹੈ, ਜੋ ਤੂੰ ਕਹਿੰਦਾ ਭਾਈ ਇਹ ਨਹੀਂ ਸੱਚ, ਸੱਚ ਉਹੀ ਹੈ ਜੋ ਮੇਰੇ ਗੁਰੂ ਨੇ ਕਿਹਾ ਹੈ। ਮੈਂ ਤੇਰੇ ਪਿੱਛੇ ਕਿਉਂ ਲੱਗਾ, ਮੈਂ ਤਾਂ ਗੁਰੂ ਦੀ ਗੱਲ ਮੰਨਾਂਗਾ। ਇੱਦਾਂ ਦੀ ਜਿਨ੍ਹਾਂ ਦੀ ਵਿਚਾਰਧਾਰਾ ਹੈ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦੀਏ, ਭਾਵ ਗੁਰਬਾਣੀ ਨੂੰ ਮੰਨਣ ਵਾਲੇ ਤੇ ਕਮਾਉਣ ਵਾਲੇ। ਤੇ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਸੱਚੀ ਲਿਵ ਲਾਏ, ਉਹ ਆਪਣੀ ਲਿਵ ਬਿਰਤੀ ਸੱਚੇ ਪਰਮੇਸ਼ਰ ਵਿੱਚ ਲਾਉਂਦੇ ਹਨ। ਉਹਨਾਂ ਦੀ ਬਿਰਤੀ ਵਾਹਿਗੁਰੂ ਵਿੱਚ ਜੁੜ ਜਾਂਦੀ ਹੈ। ਸੱਚ ਵਣਜੈ ਸੱਚ ਸੰਗ੍ਰਹਿ। ਅਤੇ ਫਿਰ ਸੱਚ ਵਣਜੈ, ਉਹ ਜੋ ਸੱਚ ਨੂੰ ਹੀ ਵਣਜੈ, ਵਣਜਣਾ ਹੁੰਦਾ ਖਰੀਦਣਾ, ਵੀ ਸੱਚ ਨੂੰ ਹੀ ਖਰੀਦਦੇ ਹਨ। ਆਪਣਾ ਅੰਦਰੋਂ ਸਭ ਕੁਝ ਤਨ ਮਨ ਧਨ ਸਭ ਕੁਝ ਅੱਗੇ ਅਰਪਣ ਕਰਕੇ, ਆਪਣਾ ਮਨ ਅਰਪਣ ਕਰਕੇ ਤੇ ਸੱਚ ਨਾਮ ਨੂੰ ਹੀ ਖਰੀਦਦੇ ਹਨ। ਸੱਚ ਸੰਗ੍ਰਹਿ, ਤੇ ਸੰਗ੍ਰਹਿ ਨਾਮ ਹੁੰਦਾ ਇਕੱਤਰ ਕਰਨ ਦਾ, ਜਮ੍ਹਾਂ ਕਰਨਾ, ਕਿਸੇ ਚੀਜ਼ ਨੂੰ ਇਕੱਠਿਆਂ ਕਰੀ ਜਾਣਾ, ਇੱਕ ਇੱਕ ਕਰਕੇ ਢੇਰ ਬਣਾ ਲੈਣਾ। ਤੇ ਸੱਚ ਨੂੰ ਹੀ ਸੰਗ੍ਰਹਿ, ਸੰਗਰਨਾ ਕੀ ਹੈ ਇੱਥੇ? ਕਹਿੰਦੇ ਵੀ ਵਾਹਿਗੁਰੂ ਦੇ ਸਤ, ਸੰਤੋਖ, ਦਇਆ, ਧਰਮ, ਇਹ ਗੁਣਾਂ ਨੂੰ ਇਕੱਠੇ ਕਰਦੇ ਨੇ। ਸੱਚ ਨਾਮ ਨੂੰ ਖਰੀਦਦੇ ਆ, ਫਿਰ ਸੱਚੇ ਨਾਮ ਕਰਕੇ ਸੱਚ ਗੁਣ, ਸੱਚ ਸੰਤੋਖ ਨੂੰ ਇਕੱਠਿਆਂ ਕਰਕੇ ਰੱਖਦੇ ਆ। ਇੱਕ ਇੱਕ ਔਗਣ ਤਿਆਗੀ ਜਾਂਦੇ ਹਨ ਆਪਣੇ ਅੰਦਰੋਂ। ਹਉਮੈ ਤਿਆਗਤੀ, ਨਿਮਰਤਾ ਗ੍ਰਹਿਣ ਕਰ ਲਈ। ਇਸੇ ਤਰ੍ਹਾਂ ਹੰਕਾਰ ਜਿਹੜਾ ਕ੍ਰੋਧ ਤਿਆਗਤਾ, ਸ਼ਾਂਤੀ ਅੰਦਰ ਇਕੱਠੀ ਕਰ ਲਈ। ਕਾਮ ਵਾਸਨਾ ਤਿਆਗਤੀ, ਪਰਮੇਸ਼ਰ ਦੀ ਚਾਹਨਾ ਅੰਦਰ ਇਕੱਠੀ ਕਰ ਲਈ। ਇਵੇਂ ਸੱਚ ਨੂੰ ਹੀ ਇਕੱਤਰ ਕਰਦੇ, ਜਮ੍ਹਾਂ ਕਰਦੇ ਹਨ। ਸੱਚ ਵਪਾਰਕ ਰਾਵਣਿਆ। ਅਤੇ ਸੱਚੇ ਪਰਮੇਸ਼ਰ ਦਾ ਨਾਮ ਆਪ ਜਪਣਾ ਤੇ ਹੋਰਾਂ ਕੋਲ ਜਪਾਉਣਾ, ਇਹੀ ਵਪਾਰ ਕਰਦੇ ਨੇ ਗੁਰਮੁਖ। ਉਹਨਾਂ ਦਾ ਬਿਜ਼ਨਸ ਹੀ ਇਹ ਹੈ ਵੀ ਨਾਮ ਜਪਣਾ ਤੇ ਜਪਾਉਣਾ। ਉਹ ਐਸਾ ਹੀ ਬਿਜ਼ਨਸ ਚਲਾਉਂਦੇ ਹਨ। ਕੋਈ ਵੀ ਬਿਜ਼ਨਸਮੈਨ ਹੈ ਉਹ ਚਾਹੁੰਦਾ ਮੇਰਾ ਬਿਜ਼ਨਸ ਵਧੇ, ਉਹ ਫਿਰ ਅੱਗੇ ਤੋਂ ਅੱਗੇ ਸ਼ਾਖਾ ਖੋਲ੍ਹਦਾ ਹੈ। ਪਰ ਦੁਨੀਆ ਦੇ ਬਿਜ਼ਨਸ ਦੇ ਵਿੱਚ ਬਿਜ਼ਨਸਮੈਨ ਆਪਣਾ ਹਿੱਤ ਵੇਖਦਾ ਹੈ, ਉਹ 'ਚ ਉਹਨੂੰ ਫਾਇਦਾ ਹੋਵੇ ਉਹ ਕੰਮ ਕਰਦਾ। ਪਰ ਗੁਰਮੁਖ ਇਹੋ ਜਿਹਾ ਵਪਾਰ ਕਰਦੇ ਨੇ, ਐਸਾ ਬਿਜ਼ਨਸ ਕਰਦੇ ਨੇ ਵੀ ਮੈਨੂੰ ਵੀ ਫਾਇਦਾ ਹੋਵੇ ਤੇ ਸੰਸਾਰ ਦਾ ਵੀ ਲਾਭ ਹੋ ਜਾਵੇ। ਇਹ ਜਗਤ ਦੇ ਲੋਕ ਡੁੱਬ ਰਹੇ ਨੇ, ਤਰ ਜਾਣ। ਇਸ ਤਰ੍ਹਾਂ ਸੱਚ ਦਾ ਹੀ ਵਪਾਰ ਕਰਦੇ ਹਨ, ਨਾਮ ਜਪਦੇ ਤੇ ਹੋਰਾਂ ਕੋਲੋਂ ਜਪਾਉਂਦੇ ਹਨ। ਆਓ ਵਾਰੀ ਜੀਓ ਵਾਰੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਸਰੀਰ ਕਰਕੇ ਕੁਰਬਾਨ, ਮਨ ਕਰਕੇ ਬਲਿਹਾਰ ਹਾਂ। ਹਰ ਗੁਣ ਅਨ ਦਿਨ ਗਾਵਣਿਆ। ਕਿਹਨਾਂ ਨੂੰ ਬਲਿਹਾਰ? ਜਿਹੜੇ ਹਰੀ ਦੇ ਗੁਣਾਂ ਨੂੰ ਆਨ ਦਿਨ ਹਰ ਰੋਜ਼ ਇੱਕ ਰਸ ਗਾਵਣਿਆ ਗਾਉਂਦੇ ਨੇ। ਇੱਕ ਤਾਂ ਹੁੰਦਾ ਨਾ ਕਦੀ ਕਦੀ ਚਾਅ ਜਿਹਾ ਚੜ੍ਹਨਾ,
ਤੇ ਫਿਰ ਉਸੇ ਤਰ੍ਹਾਂ ਠੁੱਸ ਜੇ ਹੋ ਜਾਣਾ। ਨਹੀਂ, ਕਹਿੰਦੇ ਜਿਹੜੇ ਰੋਜ਼ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਵਣਿਆ ਗਾਉਣਾ ਕਰਦੇ ਆ, ਜਿਹੜੇ ਨਿੱਤ ਪਰਮੇਸ਼ਰ ਦੀਆਂ ਵਡਿਆਈਆਂ ਕਰਦੇ ਆ, ਜਿਹੜੇ ਰੋਜ਼ ਹੀ ਰੱਬ ਨੂੰ ਸਲਾਹੁੰਦੇ ਹਨ, ਜਿਹੜੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਕਰਦੇ ਹਨ, ਉਹਨਾਂ ਤੋਂ ਤੀਸਰੇ ਪਾਤਸ਼ਾਹ ਕਹਿੰਦੇ ਵੀ ਅਸੀਂ ਸਦਕੇ, ਅਸੀਂ ਕੁਰਬਾਨ ਹਾਂ। ਹਉ ਤੇਰਾ ਤੂੰ ਠਾਕੁਰ ਮੇਰਾ। ਉਹ ਫਿਰ ਇਸ ਤਰ੍ਹਾਂ ਦੀ ਭਾਵਨਾ ਨਾਲ ਬੇਨਤੀ ਵੀ ਕਰਦੇ ਨੇ, ਹਉ ਤੇਰਾ, ਹੇ ਵਾਹਿਗੁਰੂ ਮੈਂ ਤੇਰਾ ਹੀ ਹਾਂ, ਸਾਡੀ ਤੇਰੇ ਤੋਂ ਬਗੈਰ ਵੱਖਰੀ ਕੋਈ ਹੋਂਦ ਨਹੀਂ ਹੈ, ਤੇਰੇ ਤੋਂ ਬਗੈਰ ਸਾਡੀ ਕੋਈ ਪਾਇਆ ਨਹੀਂ, ਸਾਡੀ ਕੀ ਹਸਤੀ ਹੈ। ਤੂੰ ਠਾਕੁਰ ਮੇਰਾ, ਜਗਤ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ, ਤੂੰ ਠਾਕੁਰ ਸੁਆਮੀ ਮੇਰੇ ਸਿਰ ਦਾ ਸਾਈਂ ਹੈ। ਮਹਾਰਾਜ ਮੈਂ ਤੇਰਾ ਹਾਂ ਤੇ ਤੂੰ ਹੀ ਸਾਡਾ ਸਹਾਰਾ ਹੈ, ਮਾਲਕ ਹੈ ਸਿਰ ਦਾ। ਸ਼ਬਦ ਵਡਿਆਈ ਦੇ ਬਣਿਆ। ਤੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ ਉਹਨਾਂ ਨੂੰ ਮਹਾਰਾਜ ਤੂੰ ਆਪਣੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਦੇਣਾ ਹੈ। ਗੁਰ ਸ਼ਬਦ ਦੀ ਕਮਾਈ ਕਰਾ ਕੇ ਗੁਰ ਸ਼ਬਦ ਦੁਆਰਾ ਸਦਾ ਸੁਖ ਸਰੂਪ ਦੀ ਪ੍ਰਾਪਤੀ ਦੀਆਂ ਵਡਿਆਈਆਂ ਬਖਸ਼ ਦੇਣਾ, ਭਾਵ ਕਿ ਆਪਣਾ ਆਪ ਤੋਂ ਗੁਰਾਂ ਦੇ ਰਾਹੀਂ ਮਿਲਣਾ ਹੈ, ਗੁਰੂ ਦੇ ਸ਼ਬਦ ਦੇ ਰਾਹੀਂ ਵਡਿਆਈਆਂ ਬਖਸ਼ ਦੇਣਾ ਹੈ। ਸੰਸਾਰ ਦੇ ਵਿੱਚ ਜਿਹੜੇ ਤੈਨੂੰ ਆਪਣਾ ਮੰਨਦੇ ਨੇ ਉਹਨਾਂ ਨੂੰ ਸ਼ਬਦ ਦੁਆਰਾ ਤੋਂ ਆਨੰਦ ਬਖਸ਼ਦਾ ਹੈ, ਮਾਣ ਸਨਮਾਨ ਬਖਸ਼ਦਾ ਹੈ। ਵਿਸ਼ਰਾਮ ਦੇ ਕੇ ਤੀਸਰੇ ਪਾਤਸ਼ਾਹ ਰਹਿਮਤ ਕਰਦੇ ਹਨ। ਵੇਲਾ ਵਖਤ ਸਭ ਸੁਹਾਇਆ। ਵੇਲਾ ਸਾਧ ਸੰਗਤ 4 ਘੜੀਆਂ ਦੇ ਸਮੇਂ ਨੂੰ ਕਹਿੰਦੇ ਹੁੰਦੇ ਸਨ। ਪਹਿਲਾਂ ਕਹਿਣਾ ਵੀ ਆਹ ਕੀ ਵੇਲਾ ਹੈ, 4 ਘੜੀਆਂ ਦਾ ਸਮਾਂ ਵੇਲਾ ਹੁੰਦਾ, ਜਿਵੇਂ ਹੁਣ ਸਕਿੰਟ, ਮਿੰਟ, ਘੰਟੇ, 2 ਘੰਟੇ, 4 ਘੰਟੇ ਸਮਾਂ ਆਪਾਂ ਕਹਿੰਦੇ ਹਾਂ ਨਾ, ਇੱਦਾਂ 4 ਘੜੀਆਂ ਦੇ ਸਮੇਂ ਨੂੰ ਵੇਲਾ ਕਹਿੰਦੇ ਹੁੰਦੇ ਸੀ। ਤੇ ਪਾਤਸ਼ਾਹ ਕਹਿੰਦੇ ਵੀ ਉਹ 4 ਘੜੀਆਂ ਦਾ ਵੇਲਾ ਅਤੇ ਵਕਤ ਦਿਨ ਰਾਤ ਦਾ ਭਾਵ ਹੈ ਸਮੇਂ ਤੋਂ, ਵੀ ਉਹ ਵਕਤ ਭਾਵੇਂ ਦਿਨ ਹੈ ਭਾਵੇਂ ਰਾਤ ਹੈ, ਜਿਹੜੀ ਵੀ ਘੜੀ ਹੈ ਉਹ ਘੜੀਆਂ, ਉਹ ਸਮਾਂ, ਉਹ ਦਿਨ ਸਭ ਸੁਹਾਇਆ। ਉਦੋਂ ਕਹਿੰਦੇ ਵੀ ਸਭ ਕੁਝ ਹੀ ਸੁਹਾਇਆ, ਸੋਭਨੀਕ ਹੋ ਗਿਆ। ਉਹ ਦਿਨ ਰਾਤ ਦਾ 4 ਘੜੀਆਂ ਦਾ ਸਮਾਂ ਸ਼ੋਭਾ ਦੇ ਸਹਿਤ ਹੋ ਗਿਆ, ਸਫਲਾ ਹੋ ਗਿਆ। ਜਿਤ ਸੱਚਾ ਮੇਰੇ ਮਨ ਭਾਇਆ। ਕਿਹੜਾ ਸਮਾਂ ਕਹਿੰਦੇ ਵੀ ਸਫਲਾ ਹੋ ਗਿਆ, ਜਿਸ ਸਮੇਂ ਦੇ ਵਿੱਚ ਜਿਤ ਸੱਚਾ ਮੇਰੇ ਮਨ ਭਾਇਆ। ਜਿਸ ਵੇਲੇ ਮਹਾਰਾਜ ਕਹਿੰਦੇ ਸੱਚਾ ਵਾਹਿਗੁਰੂ ਮੇਰੇ ਮਨ ਨੂੰ ਭਾ ਗਿਆ, ਚੰਗਾ ਲੱਗ ਆਇਆ। ਕਹਿੰਦੇ ਸਮਾਂ ਤਾਂ ਉਹੀ ਸੁਹਾਵਣਾ, ਸਮਾਂ ਤਾਂ ਉਹੀ ਸਫਲਾ ਹੈ ਜਦੋਂ ਸੱਚਾ ਅਕਾਲ ਪੁਰਖ ਵਾਹਿਗੁਰੂ ਮੇਰੇ ਮਨ ਨੂੰ ਭਾ ਗਿਆ ਏ, ਜਦੋਂ ਅਕਾਲ ਪੁਰਖ ਵਾਹਿਗੁਰੂ ਮੇਰੇ ਮਨ ਨੂੰ ਚੰਗਾ ਲੱਗ ਆਇਆ ਹੈ। ਸੱਚੇ ਸੇਵੈ ਸੱਚ ਵਡਿਆਈ। ਸੱਚੇ ਨੂੰ ਹੀ ਸੇਵਣਾ ਚਾਹੀਦਾ ਹੈ, ਕਿਉਂਕਿ ਸੱਚੇ ਸੇਵਿਆ ਸੱਚ ਵਡਿਆਈ। ਜਿਹੜੇ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਸੱਚੀਆਂ ਵਡਿਆਈਆਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀਆਂ ਪ੍ਰਾਪਤ ਹੁੰਦੀਆਂ ਨੇ। ਤੇ ਇਹ ਦਾਤ ਤਾਂ ਹੀ ਮਿਲਦੀ ਹੈ ਜੇ ਮਨ ਪਰਮੇਸ਼ਰ ਦੇ ਵਿੱਚ ਜੋੜ ਕੇ ਰੱਖੀਏ। ਜੇ ਮਨ ਦੇ ਵਿੱਚ ਸੱਚਾ ਚੰਗਾ ਨਹੀਂ ਲੱਗਦਾ, ਜੇ ਮਨ ਵਿੱਚ ਭਾਉਂਦਾ ਹੀ ਨਹੀਂ ਹੈ, ਜਿੰਨਾ ਚਿਰ ਮਨ ਵਾਹਿਗੁਰੂ ਅਕਾਲ ਪੁਰਖ ਵੱਲ ਖਿੱਚਿਆ ਨਹੀਂ ਜਾਂਦਾ, ਉਹਨਾਂ ਚਿਰ ਕਹਿੰਦੇ ਵੀ ਕਿਵੇਂ ਵਡਿਆਈਆਂ ਮਿਲ ਸਕਦੀਆਂ। ਜੇ ਕੋਈ ਆਖੇ ਕਹਿੰਦੇ ਵੀ ਮਨ ਨੂੰ ਫਿਰ ਕਿਵੇਂ ਸਿੱਧਿਆਂ ਕਰਨਾ ਹੈ, ਮਨ ਨੂੰ ਸਿੱਧਿਆਂ ਕਰੇ ਪਰਮੇਸ਼ਰ ਵੱਲ, ਮਨ ਵਾਹਿਗੁਰੂ ਵਿੱਚ ਜੁੜ ਜਾਵੇ। ਜਿਵੇਂ ਇੱਕ ਉਦਾਹਰਨ ਦਿੰਦੇ ਹਨ ਵੀ ਜੋ ਕੁੱਤਾ ਹੈ ਇਹਦੀ ਪੂਛ ਨੂੰ 12 ਵਰੇ ਕਹਿੰਦੇ ਵੀ ਵੰਝਲੀ 'ਚ ਪਾ ਕੇ ਰੱਖਿਆ, ਤਾਂ ਫੇਰ ਜਦੋਂ ਕੱਢਿਆ ਤਾਂ ਕਹਿੰਦੇ ਤਾਂ ਫੇਰ ਵਿੰਗੀ ਹੈ। ਹੁਣ ਕੀ ਕਰੀਏ, ਕਹਿੰਦੇ ਵੀ ਵੰਝਲੀ 'ਚ ਹੀ ਪਈ ਰਹਿਣ ਦਿਓ, ਫੇਰ ਤਾਂ ਸਿੱਧੀ ਰਹਿੰਦੀ ਹੈ ਨਾ, ਫੇਰ ਤਾਂ ਐਨ ਸਿੱਧੀ ਰਹੂ। ਇਸੇ ਤਰ੍ਹਾਂ ਮਨ ਹੈ। ਮਨ ਜਦੋਂ ਦਾ ਆਪਾਂ ਗੁਰੂ ਸਾਹਿਬ ਦੀ ਕੋਈ ਬਾਣੀ ਦਾ ਉਪਦੇਸ਼ ਸੁਣਦੇ ਹਾਂ, ਕਥਾ ਕੀਰਤਨ 'ਚ ਹਾਜ਼ਰੀ ਭਰਦੇ ਹਾਂ, ਇਹ ਵੰਝਲੀ 'ਚ ਪਾਉਣ ਦੀ ਨਹੀਂ, ਉਦੋਂ ਦਾ ਸਿੱਧਾ ਹੋ ਜਾਂਦਾ। ਜਦੋਂ ਕਹਿੰਦੇ ਗਏ ਘਰ ਨੂੰ ਹੋਰ ਕੰਮਾਂ 'ਚ, ਉਸੇ ਵੇਲੇ ਵਿੰਗੇ ਪਾਸੇ, ਫੇਰ ਕਹਿੰਦੇ ਵੀ ਟੇਢੇ ਪਾਸੇ ਜਾਂਦਾ, ਮਾੜੇ ਕਰਮਾਂ ਵੱਲ ਹੀ ਜਾਂਦਾ ਹੈ। ਫਿਰ ਹੁਣ ਮਹਾਰਾਜ ਮਨ ਨੂੰ ਸਿੱਧਿਆਂ ਕਰਨ ਲਈ ਕੀ ਕਰੀਏ, ਕਹਿੰਦਾ ਹਰ ਵੇਲੇ ਨੂੰ ਫਿਰ ਕਥਾ ਕੀਰਤਨ ਰੂਪੀ ਵੰਝਲੀ 'ਚ ਪਾ ਛੱਡੋ, ਭਾਵ ਹਮੇਸ਼ਾ ਗੁਰੂ ਦਾ ਭੈ ਰੱਖੋ ਇਹਦੇ ਅੰਦਰ। ਹਮੇਸ਼ਾ ਜਿਵੇਂ ਇਹ ਕਵੀ ਦਾ ਬਚਨ ਹੈ, ਗੁਰਬਾਣੀ ਤਾਂ ਨਹੀਂ,
ਪਰ ਇਹ ਮਹਾਰਾਜ ਸਾਹਿਬ ਨਾਵੇਂ ਪਾਤਸ਼ਾਹ ਦੇ ਬਚਨ ਜਿਹੜੇ ਸਨ ਉਹਨਾਂ ਨੂੰ ਕਵੀ ਨੇ ਲਿਖਿਆ ਵੀ ਮਨ ਲੋਚੇ ਬੁਰਾਈਆਂ, ਮਨ ਤਾਂ ਹਰ ਵੇਲੇ ਮਾੜਾ ਸੋਚਦਾ ਹੈ, ਗੁਰ ਸ਼ਬਦੀ ਇਹੋ ਮਨ ਹੋੜੀਏ। ਕਹਿੰਦੇ ਗੁਰੂ ਦੇ ਸ਼ਬਦ ਨਾਲ ਇਸ ਮਨ ਨੂੰ ਰੋਕ ਕੇ ਰੱਖੇ। ਇਹ ਤਾਂ ਨਹੀਂ ਸਿੱਧਾ ਹੋਣਾ, ਜਿਵੇਂ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ, ਮਨ ਵੀ ਨਹੀਂ ਸਿੱਧਾ ਹੋਣਾ। ਉਹ ਵੰਝਲੀ 'ਚ ਪਾਇਆ ਜਿੰਨਾ ਚਿਰ ਰਹਿੰਦੀ ਉਹਨਾਂ ਚਿਰ ਸਿੱਧੀ ਰਹਿੰਦੀ ਹੈ, ਸ਼ਬਦ ਵਿੱਚ ਜਿੰਨਾ ਚਿਰ ਮਨ ਜੋੜੋਗੇ ਮਨ ਸਿੱਧੇ ਪਾਸੇ ਲੱਗੂਗਾ। ਇਸ ਕਰਕੇ ਸ਼ਬਦ ਨਾਲ, ਕਥਾ ਨਾਲ, ਕੀਰਤਨ ਨਾਲ ਜੋੜੀ ਰੱਖੋ, ਫਿਰ ਮਨ ਵਿੱਚ ਵਾਹਿਗੁਰੂ ਭਾ ਜਾਂਦਾ ਹੈ, ਫਿਰ ਸੱਚੇ ਨੂੰ ਸਿਮਰਦਾ ਹੈ। ਤੇ ਜਦੋਂ ਸੱਚੇ ਸੇਵਿਆ, ਜਦੋਂ ਸੱਚੇ ਦਾ ਸਿਮਰਨ ਕਰਦਾ, ਸੱਚ ਵਡਿਆਈ, ਉਦੋਂ ਸੱਚੀਆਂ ਵਡਿਆਈਆਂ ਗੁਰ ਸੇਵਿਆ, ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਸੱਚ ਸਰੂਪ ਵਾਹਿਗੁਰੂ ਨੂੰ ਪਾ ਲਈਦਾ ਹੈ, ਸੱਚੀਆਂ ਵਡਿਆਈਆਂ ਮਿਲਦੀਆਂ ਹਨ। ਭਾਉ ਭੋਜਨ ਸਤਿਗੁਰ ਤੁਠੈ ਪਾਏ। ਭਾਉ ਨਾਮ ਹੈ ਪ੍ਰੇਮ ਦਾ, ਭੋਜਨ ਨਾਮ ਹੈ ਖੁਰਾਕ ਦਾ। ਪ੍ਰੇਮ ਦੀ ਜਿਹੜੀ ਖੁਰਾਕ ਹੈ, ਪ੍ਰੇਮ ਦਾ ਭੋਜਨ ਜਿਹੜਾ ਹੈ, ਜੇ ਜੀਵ ਚਾਹੇ ਨਾ ਵੀ ਮੈਨੂੰ ਪ੍ਰੇਮ ਰੂਪੀ ਭੋਜਨ ਮਿਲੇ, ਸਤਿਗੁਰ ਤੁਠੈ ਪਾਏ। ਤਾਂ ਜਿਵੇਂ ਪਿਛਲੀ ਤੁਕ 'ਚ ਕਿਰਪਾ ਗਿਆ ਹੈ, ਇੱਥੇ ਮਹਾਰਾਜ ਕਹਿੰਦੇ ਸਤਿਗੁਰਾਂ ਦੀ ਤੁਠੇਗੀ ਪ੍ਰਸੰਨਤਾ ਦੇ ਨਾਲ ਹੀ ਪ੍ਰੇਮ ਰੂਪੀ ਭੋਜਨ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦਾ ਤੁਠਣਾ ਕੀ ਹੈ ਵੀ ਜੋ ਮਹਾਰਾਜ ਸਾਹਿਬ ਜੀ ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਨੇ, ਗਿਆਨ ਦਾ ਚਾਨਣ ਪਾ ਦਿੰਦੇ ਹਨ, ਇਹ ਸਤਿਗੁਰੂ ਦੀ ਪ੍ਰਸੰਨਤਾ ਹੈ। ਤੇ ਜਿਨ੍ਹਾਂ ਦੇ ਸਤਿਗੁਰੂ ਪ੍ਰਸੰਨ ਹੋ ਗਏ ਉਹ ਪ੍ਰੇਮ ਰੂਪੀ ਭੋਜਨ ਪੂਰਨ ਗੁਰਾਂ ਦੇ ਪਾਸੋਂ ਪ੍ਰਾਪਤ ਕਰ ਲੈਂਦੇ ਹਨ। ਅਨ ਰਸ ਚੁਕੈ ਹਰ ਰਸ ਮਨ ਵਸਾਏ। ਹਰੀ ਦਾ ਜੋ ਨਾਮ ਦਾ ਰਸ ਹੈ, ਉਸ ਨਾਮ ਰਸ ਨੂੰ ਜੇ ਜੀਵ ਆਪਣੇ ਮਨ ਵਿੱਚ ਵਸਾ ਲਵੇ, ਜਾਂ ਜਿਹੜਾ ਵੀ ਆਪਣੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਸ ਵਸਾ ਲੈਂਦਾ ਹੈ, ਨਾਮ ਦਾ ਰਸ ਮਨ ਵਿੱਚ ਵਸਾਉਣਾ ਭਾਵ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਸ ਨਾਮ ਵਾਲੇ ਪਾਸੇ ਆਨੰਦ ਮਾਣਨ ਲੱਗ ਪੈਣਾ, ਉਹ ਅੰਨ ਰਸ ਚੂਕਾ, ਉਹਦੇ ਅੰਦਰੋਂ ਜਿਹੜੇ ਅੰਨ ਹੋਰ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਵਿਕਾਰਾਂ ਦੇ ਜਿਹੜੇ ਸਵਾਦ ਲੱਗੇ ਸੀ ਉਹ ਸਾਰੇ ਹੀ ਫਿਰ ਦੂਰ ਹੋ ਜਾਂਦੇ ਆ ਜਦੋਂ ਮਨ ਦੇ ਵਿੱਚ ਨਾਮ ਦਾ ਰਸ ਸਵਾਦ ਆ ਗਿਆ। ਹਰ ਰਸ ਮਨ ਵਸਾਏ। ਹਰੀ ਵਾਹਿਗੁਰੂ ਦਾ ਜਿਹੜਾ ਹਰ ਰਸ ਮਨ ਵਸਾਏ, ਜਿਹੜਾ ਹਰੀ ਦੇ ਨਾਮ ਦਾ ਰਸ ਆਪਣੇ ਮਨ ਦੇ ਵਿੱਚ ਵਸਾਏ, ਜਿਹਦੇ ਨਾਮ ਮਨ ਵਿੱਚ ਵਸ ਆਵੇ, ਜਿਹਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਜਾਵੇ, ਜਿਹਦਾ ਮਨ ਨਾਮ ਦੇ ਵਿੱਚ ਜੁੜ ਜਾਵੇ, ਉਹਦੇ ਸ਼ਬਦ ਸਪਰਸ਼ ਰੂਪ ਰਸ ਗੰਧ ਸਾਰੇ ਹੀ ਵਿਸ਼ੇ ਰਸ ਖਤਮ ਹੋ ਜਾਂਦੇ ਹਨ, ਦੂਰ ਹੋ ਜਾਂਦੇ ਨੇ। ਸੱਚ ਸੰਤੋਖ ਸਹਿਜ ਸੁਖ ਬਾਣੀ। ਫਿਰ ਇਹ ਰਸ ਦਾ ਸਦਕਾ ਵੀ ਮਿਲਦਾ ਸੱਚ, ਸਤ ਪ੍ਰਤੱਗੀ ਹੋਣਾ, ਸੱਚਾ ਜੀਵਨ ਹੋਣਾ, ਜੀਵਨ 'ਚ ਫਰੇਬ ਨਹੀਂ ਰਹਿੰਦਾ, ਸੱਚਾ ਜੀਵਨ ਪ੍ਰਾਪਤ ਹੋ ਜਾਂਦਾ ਹੈ। ਸੰਤੋਖੀ ਹੋ ਜਾਣਾ, ਸੰਤੋਖੀ ਹੁੰਦਾ ਹੈ ਵੀ ਜੇ ਥੋੜਾ ਵੀ ਕਦੇ ਮਿਲ ਗਿਆ ਨਾ ਉੱਥੇ ਹੀ ਖੁਸ਼ ਹੋਣਾ, ਇਹ ਆਖਣਾ ਹੀ ਨਹੀਂ ਵੀ ਮੈਨੂੰ ਤੇ ਕੁਝ ਮਿਲਿਆ ਹੀ ਨਹੀਂ, ਮੇਰਾ ਤੇ ਕੁਝ ਬਣਿਆ ਹੀ ਨਹੀਂ, ਮੈਂ ਤੇ ਮਰ ਗਿਆ। ਇਹ ਸੰਤੋਖਹੀਣੇ ਪੁਰਖਾਂ ਦੀਆਂ ਗੱਲਾਂ ਨੇ। ਸੰਤੋਖੀ ਤਾਂ ਐਸਾ ਏ ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁ ਫਾਇਦਾ ਉਹਨੇ ਦਾ ਹੀ ਖੁਸ਼, ਉਹ ਹੈ ਸੰਤੋਖੀ। ਤੇ ਇਹ ਸੰਤੋਖੀ ਜੀਵਨ ਵੀ ਪ੍ਰਾਪਤ ਹੋ ਜਾਂਦਾ ਹੈ, ਸੱਚ ਪ੍ਰਤੱਗੀ ਹੋਣਾ ਪ੍ਰਾਪਤ ਹੋ ਜਾਂਦਾ ਹੈ, ਤੇ ਸਹਿਜ ਸ਼ਾਂਤੀ ਸੁਭਾਅ ਸੁਖ ਬਾਣੀ ਤੇ ਸੁਖ ਦੇ ਦੇਣ ਵਾਲੀ ਬਾਣੀ ਬੋਲਣੀ ਇਹ ਪ੍ਰਾਪਤ ਹੋ ਜਾਂਦੀ ਹੈ। ਪੂਰੇ ਗੁਰ ਤੇ ਪਾਵਣਿਆ। ਪਰ ਪ੍ਰਾਪਤ ਕਿੱਥੋਂ ਹੁੰਦੇ ਨੇ? ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲੋਂ ਇਹ ਸਭ ਕੁਝ ਪਾਈਦਾ ਹੈ। ਜਾਂ ਬਾਣੀ ਸ਼ਬਦ ਵਰਤਿਆ, ਇਹਦਾ ਭਾਵ ਹੈ ਪੂਰਨ ਸਤਿਗੁਰਾਂ ਦੀ ਜੋ ਬਾਣੀ ਹੈ ਨਾ ਅੰਮ੍ਰਿਤਮਈ, ਇਹ ਅੰਮ੍ਰਿਤਮਈ ਬਾਣੀ ਕਰਕੇ ਹੀ ਸੱਚਾ ਜੀਵਨ, ਸੰਤੋਖੀ ਜੀਵਨ ਤੇ ਸਹਿਜ ਸੁਖ ਕੀ ਹੈ? ਅਚੁੱਤ ਸੁਖ, ਅੜੋਲ ਅਵਸਥਾ ਤੇ ਸਦਾ ਆਨੰਦ ਪ੍ਰਾਪਤ ਹੁੰਦਾ ਹੈ ਗੁਰਬਾਣੀ ਦੁਆਰਾ, ਗੁਰਾਂ ਦੁਆਰਾ। ਸਤਿਗੁਰ ਨ ਸੇਵਹਿ ਮੂਰਖ ਅੰਧ ਗਵਾਰਾ। ਸਤਿਗੁਰ ਨਾ ਸੇਵਹਿ ਮੂਰਖ ਅੰਧ ਗਵਾਰਾ। ਜਿਹੜੇ ਮੂਰਖ ਨੇ ਨਾ, ਜਿਨ੍ਹਾਂ ਨੇ ਮੂਰਖ ਤੋਂ ਭਾਵ ਬੇਸਮਝ,
ਜਿਨ੍ਹਾਂ ਨੇ ਆਪਣੇ ਮੂੰਹ ਨੂੰ ਜ਼ੁਬਾਨ ਨੂੰ ਹੀ ਅੱਗੇ ਰੱਖਿਆ, ਕਹਿੰਦੇ ਵੀ ਜੋ ਮੂੰਹ ਆਉਂਦਾ ਉਹੀ ਬੋਲੀ ਜਾਂਦਾ, ਇਹ ਤਾਂ ਮੂਰਖ ਹੈ। ਜਦ ਮੂੰਹ ਨੂੰ ਮੁੱਖ ਰੱਖਿਆ ਬਸ ਖਾਈ ਜਾਂਦੇ ਨੇ, ਜੋ ਭਖ ਹੋਇਆ ਭਖ ਸਭ ਖਾਏ, ਸਭ ਕੁਝ ਹੀ ਖਾ ਜਾਂਦੇ ਹਨ, ਐਸੇ ਜਿਹੜੇ ਮੂਰਖ ਨੇ। ਫਿਰ ਅੰਧ ਗਵਾਰਾ, ਅੰਧ ਅੰਨੇ ਹਨ, ਵਿਵੇਕ ਤੇ ਵਿਰਾਗ ਰੂਪੀ ਅੱਖਾਂ ਦੇ ਵਿੱਚ ਸ਼ੁਭ ਵਿਚਾਰ ਰੂਪੀ ਨਿਗਾਹ ਨਹੀਂ ਹੈ, ਤੇ ਗਵਾਰਾ ਗਵਾਰ ਬਿਲਕੁਲ ਕਹਿੰਦੇ ਬੇਸਮਝ, ਬਿਲਕੁਲ ਹੀ ਅਕਲ ਹੀ ਹੈ ਨਹੀਂ ਜਿਨ੍ਹਾਂ ਨੂੰ ਧਰਮ ਵਾਲੇ ਪਾਸੇ ਦੀ। ਉਹ ਮਨਮੁਖ ਪੁਰਖ ਕੀ ਕਰਦੇ ਵੀ ਸਤਿਗੁਰੂ ਸਾਹਿਬ ਜੀ ਨੂੰ ਨਹੀਂ ਸੇਵਦੇ, ਸਤਿਗੁਰਾਂ ਦੀ ਸੇਵਾ ਵੀ ਨਹੀਂ ਕਰਦੇ, ਤੇ ਗੁਰਾਂ ਨੂੰ ਚੇਤੇ ਨਹੀਂ ਕਰਦੇ, ਗੁਰਾਂ ਦਾ ਬਚਨ ਕਮਾਉਂਦੇ ਨਹੀਂ ਹਨ। ਉਹ ਮੂਰਖ ਲੋਕ ਨੇ, ਅੰਨੇ ਅਗਿਆਨੀ ਗਵਾਰ ਬੇਸਮਝ ਲੋਕ ਹਨ। ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਦੱਸੋ ਵੀ ਜੇ ਸਤਿਗੁਰੂ ਦਾ ਬਚਨ ਨਹੀਂ ਮੰਨਣਾ, ਗੁਰੂ ਸਾਹਿਬ ਦੀ ਸੇਵਾ ਨਹੀਂ ਕਰਨੀ, ਤਾਂ ਉਹ ਮਨਮੁਖ ਫਿਰ ਕਿੱਥੋਂ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਸਕਦੇ ਆ। ਗਿਆਨ ਤਾਂ ਗੁਰੂ ਹੀ ਬਖਸ਼ਿਸ਼ ਕਰਦਾ ਹੈ, ਜਿਹੜਾ ਬ੍ਰਹਮ ਦਾ ਹੈ। ਦੁਨਿਆਵੀ ਗਿਆਨ ਕਿਤਾਬੀ ਪੜ੍ਹਾਈਆਂ ਤਾਂ ਬੜੇ ਲੋਕ ਚੁੱਕੀ ਫਿਰਦੇ ਡਿਗਰੀਆਂ ਵੀ ਮੈਨੂੰ ਬਹੁਤ ਨੌਲੇਜ ਜਾਣਕਾਰੀ ਹੈ, ਪਰ ਜਿਹੜੀ ਪਰਮੇਸ਼ਰ ਸੰਬੰਧੀ ਜਾਣਕਾਰੀ ਹੈ ਉਹ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਤਾਂ ਹੀ ਉਹ ਤਾਂ ਕਿਤਾਬਾਂ ਦੀਆਂ ਪੜ੍ਹਾਈਆਂ, ਇਹੋ ਜਿਹੇ ਲੋਕ ਜਿਨ੍ਹਾਂ ਨੇ 30-30 ਸਾਲ ਪੜ੍ਹਾਈਆਂ ਕੀਤੀਆਂ, ਸਭ ਕੁਝ ਗਿਆਨ ਹੈ, ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ, ਰੱਬ ਦੀ ਕੋਈ ਗੱਲ ਕਹਿੰਦੇ ਉਹਦੇ ਬਾਰੇ ਪਤਾ ਨਹੀਂ। ਕਿਉਂ? ਕਿਉਂਕਿ ਰੱਬ ਦੇ ਸੰਬੰਧੀ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਹੀ ਨਹੀਂ ਜਾਂਦਾ। ਉੱਥੇ ਯੂਨੀਵਰਸਿਟੀਆਂ 'ਚ ਸਭ ਚੀਜ਼ਾਂ ਦੇ PhDਆਂ ਕਰਦੇ ਹੈ। ਇਸ ਗੱਲ 'ਤੇ ਕਦੀ PhD ਨਹੀਂ ਹੁੰਦੀ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦਾ ਸਰੂਪ ਕੀ ਹੈ, ਉਹ ਪ੍ਰਾਪਤ ਕਿਵੇਂ ਹੁੰਦਾ, ਕਿਉਂਕਿ ਉਹਨਾਂ ਦੀ ਸਮਝ ਨਹੀਂ ਨਾ ਉੱਥੋਂ ਤੱਕ ਪਹੁੰਚੇ ਹੀ ਨਹੀਂ ਹੈ। ਉਹ ਗੁਰੂ ਕੋਲੋਂ ਗਿਆਨ ਮਿਲਣਾ ਹੈ। ਤੇ ਜਿਹੜੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ, ਬਚਨ ਨਹੀਂ ਮੰਨਦੇ, ਗੁਰੂ ਦਾ ਉਪਦੇਸ਼ ਨਹੀਂ ਸੁਣਦੇ, ਮੰਨਦੇ, ਪੜ੍ਹਦੇ, ਵਿਚਾਰਦੇ, ਉਹ ਮੂਰਖ ਅੰਧੇ ਗਵਾਰ। ਫਿਰ ਉਹ ਦੱਸੋ ਵੀ ਉਹ ਮਨਮੁਖ ਕਿੱਥੋਂ ਪਾਇਨ, ਕਿੱਥੋਂ ਪਾ ਸਕਦੇ ਨੇ ਮੋਖ ਦੁਆਰਾ, ਜੋ ਮੁਕਤੀ ਦਾ ਦਰਵਾਜ਼ਾ ਗਿਆਨ ਹੈ। ਭਾਵ ਗਿਆਨ ਹੀ ਨਹੀਂ ਰਹਿੰਦੇ ਹਨ ਸਦਾ। ਮਾਰ ਮਾਰ ਜਮਹੇ ਫਿਰ ਆਵਹੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਮੌਤ ਦੇ ਮਾਰੇ ਉਹ ਮਰਦੇ ਰਹਿੰਦੇ ਹਨ ਸਦਾ। ਅਤੇ ਵਾਸਨਾ ਦੇ ਬੰਦੇ ਜਿਹੜੇ ਹਨ ਜੰਮੇ ਟੇਢੀਆਂ ਜੂਨਾਂ 'ਚ ਜਨਮ ਲੈ ਕੇ ਆਉਂਦੇ ਰਹਿੰਦੇ ਹਨ। ਕਿੰਨੀ ਕੁ ਵਾਰ ਮਹਾਰਾਜ ਮਰਦੇ ਜਾਂਦੇ ਨੇ, ਕਹਿੰਦੇ ਫਿਰ ਆਵਹਿ, ਵਾਰ ਕਹਿੰਦੇ ਦੁਬਾਰਾ ਪੁਨः ਆਉਂਦੇ ਜਾਂਦੇ ਰਹਿੰਦੇ ਹਨ। ਜਮਦਰ ਚੋਟਾ ਖਾਵਣਿਆ। ਜਮਾਂ ਦੇ ਦਰ ਤੇ ਵੱਜੇ ਹੋਏ, ਔਗਣਾਂ ਦੇ ਨਰੜੇ ਹੋਏ, ਚੋਟਾਂ ਮਾਰਾਂ ਸਹਾਰਦੇ ਨੇ। ਇੱਥੇ ਵੀ ਕਾਮ ਕ੍ਰੋਧ ਦੀਆਂ ਮਾਰਾਂ, ਤਰਕਾਂ ਰੂਪੀ ਚੋਟਾਂ, ਜਮਾਂ ਦੀ ਵੀ ਚੋਟ ਸਹਾਰਦੇ ਹਨ ਜਿਹੜੇ ਬੇਮੁਖ ਰਹਿੰਦੇ ਹਨ ਗੁਰਾਂ ਤੋਂ। ਸਬਦੈ ਸਾਧ ਜਾਣਹਿ ਤਾ ਆਪ ਪਛਾਣਹਿ। ਸਬਦੈ ਸਾਧ ਜਾਣ ਹੈ। ਮਹਾਰਾਜ ਉਹਨਾਂ ਮਨਮੁਖਾਂ ਦਾ ਭਲਾ ਨਹੀਂ ਹੋ ਸਕਦਾ। ਕਹਿੰਦੇ ਹੋ ਸਕਦਾ ਜੇ ਉਹ ਅਧਿਕਾਰੀ ਬਣ ਜਾਣ, ਥੋੜਾ ਯੋਗ ਬਣਾਉਣ ਆਪਣੇ ਆਪ ਨੂੰ। ਯੋਗ ਕਿਵੇਂ ਬਣਨਾ? ਕਹਿੰਦੇ ਸਬਦੈ ਸਾਧ ਜਾਣ ਹੈ। ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼, ਉਹਦਾ ਜਿਹੜਾ ਸਾਧ ਹੈ ਨਾ, ਉਹਦਾ ਵਿੱਚੋਂ ਜਿਹੜਾ ਨਾਮ ਦਾ ਰਸ ਮਿਲਦਾ, ਗੁਰੂ ਦੀ ਸਿੱਖਿਆ ਵਿੱਚੋਂ ਜਿਹੜਾ ਨਾਮ ਪ੍ਰਾਪਤ ਹੁੰਦਾ, ਗੁਰੂ ਦੀ ਸਿੱਖਿਆ ਵਿੱਚੋਂ ਜਿਹੜਾ ਪ੍ਰੇਮ ਪ੍ਰਾਪਤ ਹੁੰਦਾ, ਕਹਿੰਦੇ ਇਹ ਹੈ ਗੁਰੂ ਦੇ ਸ਼ਬਦ ਦਾ ਸਵਾਦ ਜਾਣਨਾ। ਤੇ ਗੁਰੂ ਦੇ ਸ਼ਬਦ ਦਾ ਥੋੜਾ ਸਵਾਦ ਤਾਂ ਜਾਣੋ, ਭਾਵ ਕਮਾਈ ਕਰਕੇ, ਥੋੜਾ ਅਭਿਆਸ ਕਰਕੇ ਜੀਵਨ ਚੰਗਾ ਤਾਂ ਬਣਾਓ। ਕਹਿੰਦੇ ਜਿਹੜਾ ਇਸ ਤਰ੍ਹਾਂ ਕਰ ਲੈਂਦਾ ਫਿਰ ਤਾਂ ਆਪ ਪਛਾਣੈ, ਉਹ ਆਪਣਾ ਆਪ ਸਵੈ ਸਰੂਪ ਨੂੰ ਪਛਾਣ ਲੈਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਵੀ ਸਰੀਰ ਕਰਕੇ ਪਤਾ ਨਹੀਂ ਮੇਰਾ ਇੱਥੋਂ ਕਦੋਂ ਚਾਲਾ ਵੱਜ ਜਾਣਾ ਹੈ। ਬਹੁਤ ਲੋਕ ਚਲੇ ਗਏ ਨੇ ਸੰਸਾਰ ਤੋਂ, ਪਰ ਮੈਂ ਸਰੂਪ ਕਿਹਦਾ ਹਾਂ? ਅੰਦਰੋਂ ਅੰਤਰੀਵ ਤੌਰ ਤੇ ਮਨ ਤੂੰ ਜੋਤ ਸਰੂਪ ਹੈ, ਮਨਾ ਤੂੰ ਰੱਬ ਦਾ ਹੀ ਰੂਪ ਹੈ, ਆਤਮਾ ਤੂੰ ਪ੍ਰਮਾਤਮਾ 'ਚ ਲੀਨ ਹੋ ਜਾ। ਇਹ ਗੱਲ ਦੀ ਪਛਾਣ ਕਰ ਲੈਂਦੇ ਹਨ। ਨਿਰਮਲ ਬਾਣੀ ਸ਼ਬਦ ਵਖਾਣ ਹੈ। ਉਹ ਸਦਾ ਹੀ ਨਿਰਮਲ, ਮੈਲ ਤੋਂ ਰਹਿਤ ਕਰਨ ਵਾਲੀ ਜੋ ਗੁਰਾਂ ਦੀ ਬਾਣੀ ਹੈ, ਜੋ ਸ਼ਬਦ ਬ੍ਰਹਮ ਹੈ, ਉਸ ਪਰਮੇਸ਼ਰ ਦਾ ਹੀ ਵਖਾਣੇ ਵਖਿਆਣ ਕਰਦੇ ਨੇ। ਨਿਰਮਲ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਜਾਂ ਸ਼ਬਦ ਵਖਾਣੇ ਗੁਰਾਂ ਦੇ ਸ਼ਬਦ ਦੁਆਰਾ, ਮਹਾਰਾਜ ਸਾਹਿਬ ਦੀ ਬਾਣੀ ਦੁਆਰਾ ਨਿਰਮਲ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ ਸਦਾ। ਸੱਚੇ ਸੇਵ ਸਦਾ ਸੁਖ ਪਾਏ ਨਾ। ਉਹ ਜਿਹੜੇ ਗੁਰਮੁਖ
ਬਣ ਗਏ ਨਾ ਜਿਹੜੇ, ਫਿਰ ਉਹ ਸੱਚੇ ਸੇਵ ਸਦਾ ਸੁਖ ਪਾਏ ਨਾ। ਸੱਚੇ ਦੀ ਸੇਵਾ ਕਰਕੇ ਸਦਾ ਸੁਖ ਪਾ ਲੈਂਦੇ ਨੇ। ਸਦਾ ਸੁਖ ਹੁੰਦਾ ਵੀ ਸਦਾ ਹੀ ਆਨੰਦ ਵਿੱਚ ਰਹਿੰਦੇ ਹਨ। ਨਾਮ ਨਿਤ ਨਾਮ ਮਨ ਵਸਾਵਣਿਆ। ਕਿਉਂਕਿ 9 ਨਦੀਆਂ ਦੇ ਦੇਣਹਾਰਾ ਹੈ ਪਰਮੇਸ਼ਰ ਦਾ ਨਾਮ। ਉਹ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ। ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਦੇ ਵਿੱਚ ਵਸ ਆਇਆ ਹੈ, ਵਸ ਜਾਂਦਾ ਹੈ। ਨਿਧੀਆਂ ਤੋਂ ਭਾਵ ਹੈ ਵੀ ਦੁਨੀਆ ਦੇ ਸਭ ਪਦਾਰਥ ਆ ਕੇ ਹਾਜ਼ਰ ਹੋ ਜਾਣੇ। ਸਭ ਵਸਤੂਆਂ ਜਿਹੜੀ ਮਨ ਦੀ ਕੋਈ ਖਾਹਸ਼ ਵੀ ਉੱਠਣੀ, ਫੁਰਨਾ ਹੀ ਉੱਠਿਆ, ਉਹ ਚੀਜ਼ ਸਾਹਮਣੇ ਹਾਜ਼ਰ ਹੋ ਜਾਣੀ। ਇਹ 9 ਨਿਧੀਆਂ ਦੇ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ। ਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ ਜਿਹੜੇ, ਉਹ ਸਦਾ ਸੁਖ ਪਾਉਂਦੇ ਨੇ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ। ਸੋ ਥਾਨ ਸੁਹਾਇਆ। ਤੀਸਰੇ ਪਾਤਸ਼ਾਹ ਕਹਿੰਦੇ ਵੀ ਉਹ ਸਰੀਰ ਰੂਪੀ ਥਾਂ ਜਗ੍ਹਾ, ਉਹ ਹਿਰਦਾ ਰੂਪੀ ਜਗ੍ਹਾ ਜਾਂ ਸਥਾਨ ਸੁਹਾਇਆ ਹੈ, ਸੋਭਨੀਕ ਹੋ ਆਇਆ ਹੈ। ਕਿਹੜਾ? ਜੋ ਹਰ ਮਨ ਭਾਇਆ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾਇਆ, ਭਾ ਗਿਆ, ਚੰਗਾ ਲੱਗ ਆਇਆ ਹੈ। ਗੱਲ ਤਾਂ ਉਦੋਂ ਬਣਨੀ ਜਦੋਂ ਵਾਹਿਗੁਰੂ ਨੂੰ ਜਿਹੜਾ ਚੰਗਾ ਲੱਗੂਗਾ। ਜਿਹੜੇ ਆਮ ਹੀ ਸਿਆਣੇ ਕਹਿ ਦਿੰਦੇ, ਕਹਿੰਦੇ ਵੀ ਪਾਣੀ ਜਿੰਨਾ ਮਰਜ਼ੀ ਤੇਜ਼ ਵਗੇ, ਜਿੰਨਾ ਮਰਜ਼ੀ ਉਛਲ ਉਛਲ ਵਗੇ, ਲੰਘਣਾ ਦੇ ਪੁਲਾਂ ਦੇ ਹੇਠੋਂ ਹੀ ਆ ਨਾ। ਕਹਿੰਦੇ ਆਉਣਾ ਦੇ ਪੁਲਾਂ ਤੋਂ ਹੇਠੋਂ ਹੀ ਪੈਣਾ ਨਾ। ਇਸੇ ਤਰ੍ਹਾਂ ਕੋਈ ਜਿੰਨਾ ਮਰਜ਼ੀ ਇੱਧਰ ਉੱਧਰ ਭੱਜ ਲਵੇ, ਬੇੜਾ ਤਾਂ ਬੰਨੇ ਲੱਗਣਾ ਜਦੋਂ ਰੱਬ ਨੂੰ ਚੰਗਾ ਲੱਗਾ। ਜਦੋਂ ਉਹਨੇ ਵੇਖਿਆ ਵੀ ਵਾਕਿਆ ਹੀ ਇਹ ਸੱਚਾਈ ਵਾਲਾ ਜੀਵਨ ਹੈ ਇਹਦਾ, ਐਵੇਂ ਪਖੰਡ ਨਹੀਂ ਕਰਦਾ ਫਿਰਦਾ। ਸੋ ਇਸ ਤਰ੍ਹਾਂ ਪਾਣੀ ਨੂੰ ਵੀ ਪੁੱਲ ਦੇ ਲਾਗਿਓਂ ਝੁੱਕ ਕੇ ਵਗਣਾ ਪੈਂਦਾ ਹੈ। ਜਿਵੇਂ ਪਾਣੀ ਤਾਂ ਪੁਲਾਂ ਥੱਲੋਂ ਹੀ ਕਹਿੰਦੇ ਲੰਘਦਾ ਏ। ਮਨੁੱਖ ਦੀ ਕਲਿਆਣਤਾ ਤਾਂ ਹੀ ਹੋਣੀ ਹੈ ਜੇ ਰੱਬ ਨੂੰ ਚੰਗਾ ਲੱਗਾ। ਲੋਕਾਂ ਦੇ ਵਿੱਚ ਤੇਰੀ ਕੀ ਚੰਗਿਆਈ ਹੈ ਉਹ ਮਾਇਨੇ ਨਹੀਂ ਰੱਖਦੀ। ਜਿਵੇਂ ਅੱਜ ਦੀ ਬੋਲੀ ਵਰਤਦੇ ਨੇ ਵੀ ਕਹਿ ਦਿੰਦੇ ਵੀ ਮੇਰੇ ਇੰਨੇ ਫੋਲੋਅਰ ਨੇ, ਮਗਰ ਮੇਰੇ ਲੱਗਣ ਵਾਲੇ, ਮੇਰੀ ਗੱਲ ਮੰਨਣ ਵਾਲੇ। ਕਹਿੰਦੇ ਜਿੰਨੇ ਮਰਜ਼ੀ ਭੀੜਾਂ ਚੱਕੀ ਫਿਰ ਹਾਂ। ਕਈ ਕਹਿਣਗੇ ਵੀ ਲੋਕ ਸਾਡੀ ਗੱਲ ਮੰਨਦੇ ਆ, ਮੇਰੇ ਮਗਰ ਬਹੁਤ ਲੋਕ ਨੇ, ਮੇਰੇ ਮਗਰ ਬੜੀ ਭੀੜ ਹੈ। ਬਸ ਉਹ ਟਟੀਰੀ ਆਂਗ ਉਹਨੂੰ ਭਰਮ ਹੋ ਜਾਂਦਾ ਵੀ ਮੈਂ ਹੀ ਹੁਣ ਸਭ ਕੁਝ। ਪਰ ਤੈਨੂੰ ਲੋਕ ਚੰਗਾ ਸਮਝਦੇ, ਮਾੜਾ ਸਮਝਦੇ, ਤੇਰੇ ਮਗਰ ਲੱਖ ਬੰਦਾ, ਕਰੋੜ ਬੰਦਾ ਹੈ, ਇਹ ਗੱਲ ਥੋੜ੍ਹਾ ਮਾਇਨੇ ਰੱਖਦੀ ਹੈ। ਗੱਲ ਤਾਂ ਮਾਇਨੇ ਰੱਖਦੀ ਵੀ ਰੱਬ ਦੀ ਨਿਗਾਹ ਵਿੱਚ ਤੂੰ ਕੈਸਾ ਹੈ। ਕਹਿੰਦੇ ਵੀ ਜੇ ਮਾਲਕ ਪਰਮੇਸ਼ਰ ਨੂੰ ਭਾਇਆ ਹੀ ਨਹੀਂ, ਉਹਨੂੰ ਤੇਰੇ ਕੰਮ ਨਹੀਂ ਚੰਗੇ ਲੱਗੇ, ਤੇਰੀਆਂ ਕਰਤੂਤਾਂ ਨਹੀਂ ਚੰਗੀਆਂ ਲੱਗੀਆਂ, ਤੇਰੇ ਮਗਰ ਕਰੋੜ ਬੰਦਾ ਖਲੋਤਾ ਕੀ ਕਰ ਲੂ ਉੱਥੇ? ਤੇਰੀ ਗੱਲ ਇੱਕ ਕਹੀ ਹੋਈ ਲੱਖਾਂ ਭਾਵੇਂ ਮੰਨ ਲੈਣ, ਫਿਰ ਕੀ ਕਹਿੰਦੇ ਤੂੰ ਭਾਲ ਚੱਕੀ ਫਿਰੇਂਗਾ। ਗੱਲ ਤਾਂ ਮੁੱਕਣੀ ਹੈ ਪਰਮੇਸ਼ਰ ਨੂੰ ਭਾ ਕੇ, ਵਾਹਿਗੁਰੂ ਨੂੰ ਚੰਗਿਆਂ ਲੱਗ ਕੇ। ਤੇ ਵਾਹਿਗੁਰੂ ਨੂੰ ਚੰਗਿਆਂ ਉਦੋਂ ਲੱਗਣਾ ਜੋ ਗੁਰੂ ਸਾਹਿਬ ਦੇ ਕਹੇ ਅਨੁਸਾਰ ਚੱਲਾਂਗੇ, ਗੁਰੂ ਦਾ ਜੇ ਬਚਨ ਕਮਾਵਾਂਗੇ। ਇਸ ਕਰਕੇ ਮਤਾਂ ਕਿਤੇ ਸੋਚਿਆ ਕਰੋ ਜ਼ਿੰਦਗੀ ਦੇ ਵਿੱਚ 4 ਜਾਣੇ ਆ ਕੇ ਕਹਿ ਦੇਣ ਜੀ ਅਸੀਂ ਤੁਹਾਡੇ ਨਾਲ ਆ, ਕੋਈ ਨਹੀਂ, ਪਰਵਾਹ ਨਹੀਂ ਕਰਨੀ। ਪਰਵਾਹ ਕਰਨੀ ਪੈਣੀ, ਇਹ ਵੇਖਣਾ ਪਊ ਵੀ ਜਿਹੜਾ ਕੰਮ ਮੈਂ ਕਰਦਾ ਇਹ ਮਾਲਕ ਨੂੰ ਚੰਗਾ ਲੱਗਦਾ। ਕਿਉਂਕਿ ਹਰੀ ਵਾਹਿਗੁਰੂ ਦੇ ਮਨ ਨੂੰ ਜਿਹੜਾ ਭਾਗ ਹੈ, ਉਹਦਾ ਸਰੀਰ ਸੋਹਣਾ ਹੈ, ਉਹਦਾ ਸਰੀਰ ਰੂਪੀ ਥਾਂ ਸੋਹਣਾ ਹੈ, ਉਹਦਾ ਹਿਰਦਾ ਰੂਪੀ ਥਾਂ ਸੋਹਣਾ ਹੈ। ਜਿਹੜਾ ਹਰੀ ਵਾਹਿਗੁਰੂ ਦੇ ਮਨ ਨੂੰ ਪਾਇਆ, ਜਿਹੜਾ ਰੱਬ ਨੂੰ ਚੰਗਾ ਲੱਗਦਾ ਹੈ, ਠੀਕ ਤਾਂ ਉਹੀ ਹੋਣਾ ਹੈ। ਉੱਦਾਂ ਦੇ ਭਾਵੇਂ ਕਹਿੰਦੇ ਵੀ ਜਿੰਨੇ ਮਰਜ਼ੀ ਲੋਕ ਨਾਲ ਚੱਲਣ, ਜਿੰਨੀਆਂ ਮਰਜ਼ੀ ਵਡਿਆਈਆਂ ਹੋਣ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ। ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਮਹਾਰਾਜ ਸਾਹਿਬ ਕਹਿੰਦੇ ਵੀ ਗੱਲ ਲੱਖਾਂ ਵਰਿਆਂ ਦੀ ਚਾਹ ਉਮਰ ਹੋ ਜੇ ਤੇਰੀ, ਜਿੰਨੇ ਮਰਜ਼ੀ ਸਭ ਦੁਨੀਆ ਤੇਰੇ ਮਗਰ ਤੁਰੇ, ਨਾਮ ਹੀ ਤੇਰਾ ਸੋਹਣਾ ਹੋਵੇ। ਕਹਿੰਦੇ ਕਿੱਡਾ ਸੋਹਣਾ ਨਾਮ ਹੈ, ਸਾਰਿਆਂ ਦੀ ਜ਼ੁਬਾਨ ਤੇ ਚੜਿਆ ਹੋਵੇ। ਜੇ ਰੱਬ ਦੀ ਨਿਗਾਹ 'ਚ ਹੀ ਨਹੀਂ ਤੂੰ ਆਇਆ ਤਾਂ ਫੇਰ ਤੇਰਾ ਕੁਝ ਵੀ ਫਾਇਦਾ ਨਹੀਂ। ਜੇ ਮਹਾਰਾਜ ਨੂੰ ਨਹੀਂ ਚੰਗਾ ਲੱਗਾ ਫਿਰ ਤੂੰ ਬਸ ਜ਼ੀਰੋ ਹੈ, ਕੀੜਾ ਬਣੇਗਾ, ਉਹ ਵੀ ਗੰਦਗੀ ਦਾ। ਜਿਹੜਾ ਮਲ ਮੂਤਰ ਲੋਕ ਗੰਦਾ ਸਮਝ ਕੇ ਸਰੀਰ 'ਚੋਂ ਤਿਆਗ ਆਉਂਦੇ ਨੇ ਨਾ, ਉਹ ਖਾਂਦਾ ਫਿਰੇਗਾ ਜੇ ਵਾਹਿਗੁਰੂ ਤੋਂ ਬੇਮੁਖ ਹੋਏਗਾ। ਸੋ ਉਹੀ ਹਿਰਦਾ, ਉਹੀ ਸਰੀਰ ਸੋਹਣਾ ਹੈ
ਜਿਹੜਾ ਰੱਬ ਨੂੰ ਚੰਗਾ ਲੱਗਦਾ ਹੈ, ਰੱਬ ਜੀ ਨੂੰ ਭਾ ਜਾਂਦਾ ਹੈ। ਸਤ ਸੰਗਤ ਬਹਿ ਗੁਣ ਹਰ ਗੁਣ ਗਾਵਣਿਆ। ਪਰ ਚੰਗਾ ਕੌਣ ਲੱਗਦਾ ਏ? ਜਿਹੜੇ ਸਤ ਸੰਗਤ ਵਿੱਚ ਬਹਿ ਕੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਪਰਮੇਸ਼ਰ ਦੇ ਗੁਣ ਗਾਉਣ ਹਾਰੇ ਵਾਹਿਗੁਰੂ ਨੂੰ ਭਾਉਂਦੇ ਹਨ। ਅਨ ਦਿਨ ਹਰ ਸਾਲਾਹ ਹੈ ਸਾਚਾ। ਅਨ ਦਿਨ ਕੀ ਹੈ ਵੀ ਰਾਤ ਦਿਨ ਇੱਕ ਰਾਸ ਸਦਾ ਹੀ ਜੋ ਹਰੀ ਪਰਮੇਸ਼ਰ ਸੱਚਾ ਹੈ, ਸਾਲਾਹ ਹੈ ਸਾਚਾ। ਉਹ ਸੱਚੇ ਨੂੰ ਜਿਹੜੇ ਰਾਤ ਦਿਨ ਸਲਾਹੁੰਦੇ ਨੇ, ਰਾਤ ਦਿਨ ਜੋ ਹਰੀ ਪਰਮੇਸ਼ਰ ਦੀ ਸਿਫਤ ਕਰਦੇ ਹਨ। ਨਿਰਮਲ ਨਾਦ ਵਜਾਵਣਿਆ। ਉਹ ਨਿਰਮਲ ਕੀ ਹੈ ਵੀ ਸ਼ੁੱਧ ਰੂਪ ਜੋ ਬ੍ਰਹਮ ਹੈ, ਉਹਦੇ ਨਾਦ ਨੂੰ ਕੀ ਹੈ, ਸ਼ਬਦ ਨੂੰ ਆਪਣੇ ਅੰਦਰ ਵਜਾਉਂਦੇ ਹਨ। ਭਾਵ ਉਹਨਾਂ ਦੇ ਅੰਦਰ ਇੱਕ ਰਸ ਪ੍ਰਗਟ ਹੁੰਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜਿਵੇਂ ਜਿਨ੍ਹਾਂ ਦੇ ਅੰਦਰ ਇਹ ਨਾਦ ਪ੍ਰਗਟ ਹੋ ਆਇਆ, ਵਜਾਵਣਿਆਂ ਨਾਲ ਹੁੰਦਾ ਵੱਜਣਾ ਹੁੰਦਾ ਪ੍ਰਗਟ ਹੋਣਾ। ਜਿਵੇਂ ਕਹਿੰਦੇ ਨਾ ਵੀ ਤਬਲਾ ਵਜਾਇਆ, ਤਬਲਾ ਤੇ ਪਿਆ ਹੈ, ਜਦੋਂ ਉੱਤੇ ਹੱਥ ਮਾਰਿਆ ਉਹ ਚੋਂ ਆਵਾਜ਼ ਪ੍ਰਗਟ ਹੋਈ, ਉਹਨੂੰ ਕਹਿੰਦੇ ਵੀ ਵੱਜ ਆਇਆ ਹੈ। ਇਸੇ ਤਰ੍ਹਾਂ ਸਰੀਰ ਦੇ ਅੰਦਰ ਨਾਦ ਪ੍ਰਗਟ ਹੋਣਾ, ਭਾਵ ਅੰਦਰ ਸ਼ਬਦ ਨੂੰ ਚੱਲਣਾ। ਇੱਕ ਤਾਂ ਇਹ ਨਾ ਵੀ ਬਾਹਰੋਂ ਆਪਾਂ ਯਤਨ ਕਰਦੇ, ਇੱਕ ਹੁੰਦਾ ਵੀ ਅੰਦਰੋਂ ਚੱਲੀ ਜਾਣਾ। ਬਾਹਰੋਂ ਚੁੱਪ ਹੈ, ਜੋ ਮਰਜ਼ੀ ਕੰਮ 'ਚ ਲੱਗੇ ਹੈ, ਅੰਦਰ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਹੁੰਦਾ ਹੈ। ਉਹਨਾਂ ਨੇ ਕਹਿੰਦੇ ਵੀ ਸ਼ਬਦ ਬ੍ਰਹਮ ਦੇ ਨਿਰਮਲ ਵਾਜੇ ਨੂੰ, ਨਾਦ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ ਹੈ। ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ। ਜਿਹੜੇ ਆਪ ਉਦਰੀਆਂ ਕਰਦੇ ਮਨਮੁਖ ਪੁਰਖ ਖੋਟੀ ਰਾਸ, ਜਿਹੜੇ ਵਪਾਰ ਕਰਦੇ ਨੇ ਨਾ, ਉਹ ਪਹਿਲਾਂ ਪੈਸੇ ਹੁੰਦੇ ਉਹਨਾਂ ਕੋਲ ਕਰਜ਼ਾ ਲੈਂਦੇ ਆ, ਕਰਜ਼ਾ ਲੈ ਕੇ ਫਿਰ ਸੌਦਾ ਖਰੀਦਦੇ ਆ, ਸੌਦਾ ਖਰੀਦ ਕੇ ਉਹਦਾ ਫਿਰ ਵਪਾਰ ਕਰਦੇ ਆ ਵੀ ਲਾਭ ਖੱਟਣਾ। ਇੱਥੇ ਮਨਮੁਖਾਂ ਕੋਲ ਜਿਹੜੀ ਰਾਸ ਪੂੰਜੀ ਉਹ ਕਿਹੜੀ ਹੈ? ਅਸ਼ਰਧਾ ਰੂਪੀ। ਹਰ ਗੱਲ ਤੇ ਤਰਕ, ਇੱਦਾਂ ਕਿਵੇਂ ਹੋ ਸਕਦਾ, ਆਹ ਤਾਂ ਗੱਲ ਹੋ ਹੀ ਨਹੀਂ ਸਕਦੀ, ਮੈਂ ਨਹੀਂ ਮੰਨਦਾ ਗੁਰੂ ਸਾਹਿਬ ਇੱਦਾਂ ਕਰ ਦੇਣਗੇ। ਇਹ ਹਰ ਵੇਲੇ ਅਸ਼ਰਧਾ ਮਨ ਦੇ ਵਿੱਚ ਹੋਣੀ, ਗੁਰੂ ਦੇ ਬਚਨਾਂ 'ਤੇ ਭਰੋਸਾ ਨਾ ਕਰਨਾ ਵੀ ਮਹਾਰਾਜ ਇਹ ਕੋੜੇ ਮਿੱਠੇ ਕਿਵੇਂ ਹੋ ਗਏ, ਆਹ ਕਿਵੇਂ ਮਹਾਰਾਜ ਸਾਹਿਬ ਨੇ ਕਰ ਦਿੱਤਾ, ਪੰਜੇ ਨਾਲ ਪਹਾੜ ਕਿਵੇਂ ਰੋਕਿਆ। ਉਹ ਜਿਹੜਾ ਸ੍ਰਿਸ਼ਟੀ ਬਣਾ ਸਕਦਾ, ਇਹ ਕਰਾਮਾਤਾਂ, ਇਹ ਤਾਂ ਕੋਈ ਗੱਲ ਹੀ ਨਹੀਂ ਉਹਦੇ ਲਈ। ਉਹਦਾ ਮਾਲਕ ਪਰਮੇਸ਼ਰ ਜਿਹੜਾ ਦੁਨੀਆ ਬਣਾਉਂਦਾ, ਉਹਦਾ ਰੂਪ ਗੁਰੂ ਨਾਨਕ ਸਾਹਿਬ। ਤੇ ਇਹ ਗੱਲਾਂ ਤਾਂ ਨਿੱਕੀਆਂ ਨਿੱਕੀਆਂ ਉਹਨਾਂ ਵਾਸਤੇ, ਪਰ ਮਨਮੁਖਾਂ 'ਚ ਸ਼ਰਧਾ ਨਹੀਂ ਹੈ, ਅਸ਼ਰਧਾ ਹੈ, ਤਰਕ ਹੈ। ਲੇਕਿਨ ਕਿੰਤੂ ਪਰੰਤੂ ਬਸ ਇਹੀ ਹੋ ਜਾਏ। ਲੋਕ ਅੱਜ ਕੱਲ੍ਹ ਚਾਹੁੰਦੇ ਨੇ ਵੀ ਨਿੰਦਾ ਕਰੀ ਜਾਓ, ਕਥਾ ਵਿੱਚ ਵੀ ਕਹਿੰਦੇ ਨਿੰਦਾ ਕਰੀ ਜਾਓ, ਆਖੋ ਆਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਗੁਰੂ ਦੀ ਮਰਿਆਦਾ ਭੰਡੀ ਜਾਓ। ਕਹਿੰਦੇ ਵੀ ਬੜਾ ਗਿਆਨੀ ਹੈ, ਕਿਉਂ? ਇਹ ਕਹਿੰਦਾ ਨਿਤਨੇਮ ਕਰਨ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਬਾਣੀ ਵਾਰ-ਵਾਰ ਨਹੀਂ ਪੜ੍ਹਨੀ, ਬਸ ਇੱਦਾਂ ਹੀ ਠੀਕ ਹੈ। ਕਹਿੰਦੇ ਵੀ ਬਹੁਤ ਹੀ ਗਿਆਨ ਹੈ, ਵੀ ਇਹਨੂੰ ਵੇਖ ਲਓ। ਐਵੇਂ ਤੜਕੇ ਉੱਠ ਕੇ ਨਹਾਉਂਦੇ ਰਹੇ, ਬਾਣੀ ਪੜ੍ਹਦੇ ਰਹੇ, ਜਿਹੜਾ ਆਇਆ ਉਹ ਕਹਿੰਦਾ ਵੀ ਅੰਮ੍ਰਿਤ ਵੇਲੇ ਉੱਠੋ, ਨਿਤਨੇਮ ਕਰੋ, ਆਹ ਠੀਕ ਹੈ। ਇਹ ਕਹਿੰਦਾ ਵੀ ਕੁਝ ਕਰਨ ਦੀ ਲੋੜ ਨਹੀਂ। ਜਿਹੜਾ ਇੱਦਾਂ ਦੀਆਂ ਗੱਲਾਂ ਕਰੇ ਲੋਕ ਉਹਦੇ ਪਿੱਛੇ ਲੱਗਦੇ ਆ। ਲੋਕ ਕਹਿੰਦੇ ਵੀ ਇਹੋ ਜਿਹੇ ਹੋਣੇ ਚਾਹੀਦੇ ਨੇ ਸਾਰੇ, ਹੈ ਵੀ ਇੱਦਾਂ। ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਉਹਨਾਂ ਮਗਰ ਭੀੜਾਂ ਨੇ, ਬਹੁਤ ਭੀੜ ਨੇ, ਜਿਹੜੇ ਕਹਿੰਦੇ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ, ਬਸ ਤੁਸੀਂ ਕੁਦਰਤ ਨੂੰ ਮੰਨੋ, ਨਿਯਮਾਂ 'ਚ ਚੱਲੋ, ਨਿਯਮਾਂ 'ਚ ਚੱਲਣਾ ਹੀ ਸਿੱਖੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਮਨਮੁਖ ਨੇ ਨਾ, ਉਹਨਾਂ ਕੋਲ ਪੂੰਜੀ ਕਿਹੜੀ ਹੈ, ਉਹਨਾਂ ਕੋਲ ਦੌਲਤ ਕਿਹੜੀ ਹੈ, ਲੇਕਿਨ ਕਿੰਤੂ ਪਰੰਤੂ ਦੀ ਅਸ਼ਰਧਾ ਰੱਖਦੇ ਨੇ ਸਦਾ। ਫਿਰ ਖੋਟਾ ਪਾਸਾਰਾ, ਜਿਹੜਾ ਪਸਾਰ ਹੁੰਦਾ ਹੈ ਅੱਗੇ ਤੋਂ ਅੱਗੇ ਵਪਾਰ ਕਰਨਾ, ਖਲਾਰ ਕਰਨਾ, ਉਹ ਵੀ ਮਾੜੇ ਕੰਮ ਕਰਨ ਰੂਪੀ, ਖੋਟੇ ਕੰਮ ਕਰਨ ਰੂਪੀ, ਨਿੰਦਾ ਕਰਨ ਰੂਪੀ। ਲੀਡਰ ਜਿਵੇਂ ਇੱਕ ਦੂਜੇ ਨੂੰ ਨੀਵਾਂ ਵਿਖਾਉਂਦੇ ਨੇ ਨਾ ਆਪਣੇ ਭਾਸ਼ਣਾਂ 'ਚ, ਰਾਜਨੀਤਿਕ ਲੋਕ ਇਸੇ ਤਰ੍ਹਾਂ ਦੂਸਰਿਆਂ ਨੂੰ ਨੀਵਾਂ ਵਿਖਾਉਣਾ, ਕਹਿਣਾ ਮੈਂ ਤਾਂ ਸੱਚ ਬੋਲਦਾ, ਕਿਉਂ? ਮੈਂ ਫਲਾਣੇ ਲੀਡਰ ਤੋਂ ਵੀ ਵੱਧ ਲੈਕਚਰ ਦਿੰਦਾ।
ਇਹ ਖੋਟਾ ਹੀ ਪਸਾਰ ਕਰ ਰਹੇ ਨੇ, ਖੋਟਾ ਹੀ ਵਪਾਰ ਦੁਨੀਆ ਵਿੱਚ ਫੈਲਾ ਰਹੇ ਨੇ ਆਪਣਾ ਕੰਮ, ਪਰ ਨਿੰਦਾ ਚੁਗਲੀ ਈਰਖਾ ਦਾ ਕੰਮ ਵਧਾਉਂਦੇ ਹਨ। ਕੂੜ ਕਮਾਵਨ ਦੁੱਖ ਲੱਗੈ ਭਾਰ। ਇਹੋ ਜਿਹੜੇ ਕੂੜ ਦੀ ਕਮਾਈ ਕਰਦੇ ਨੇ ਨਾ, ਜਿਵੇਂ ਪੈਸੇ ਹੋਣ ਫਿਰ ਵਪਾਰ ਕਰੀਦਾ ਤੇ ਵਪਾਰ ਤੋਂ ਬਾਅਦ ਕਮਾਈ ਹੁੰਦੀ ਹੈ, ਤੀਸਰਾ ਸਟੈਪ ਇਹ ਹੁੰਦਾ। ਹੁਣ ਉਹ ਕੀ ਕਮਾਉਂਦੇ ਨੇ? ਉਹ ਕਹਿੰਦੇ ਕੂੜ ਕਮਾਵਨ। ਉਹ ਕੂੜ ਝੂਠ ਹੀ ਕਮਾਉਂਦੇ ਨੇ, ਸਦਾ ਝੂਠ ਹੀ ਮੁੱਖ ਰੱਖਿਆ ਉਹਨਾਂ ਨੇ, ਝੂਠ ਨੂੰ ਹੀ ਸੱਚ ਕਹਿ ਕੇ ਵੇਚੀ ਜਾਂਦੇ ਨੇ। ਜਿਵੇਂ ਕੋਈ ਨਕਲੀ ਸੌਦਾ ਵੇਚ ਜਾਂਦੇ ਨਾ ਲੋਕ, ਨਕਲੀ ਹਰ ਇੱਕ ਚੀਜ਼ ਨਕਲੀ ਵਿਕਦੀ ਹੈ। ਨਕਲੀਆਂ ਨੂੰ ਵੇਚਦੇ ਜਦੋਂ ਇਹ ਨਹੀਂ ਕਹਿੰਦੇ ਵੀ ਆਹ ਨਕਲੀ ਹੈ, ਉਦੋਂ ਤਾਂ ਇਹੀ ਕਹਿੰਦੇ ਨਾ ਵੀ ਅਸਲੀ ਸੌਦਾ ਹੈ। ਘਰ ਦੀ ਖਾਣ ਵਾਲੀ ਚੀਜ਼ ਤੋਂ ਲੈ ਕੇ ਪਹਿਨਣ ਵਾਲੀਆਂ ਵਸਤੂਆਂ, ਫਸਲਾਂ ਬੀਜਣ ਤੀਕਰ ਦੇ ਅੰਨ ਅਨਾਜ ਦਵਾਈਆਂ, ਹਰ ਇੱਕ ਚੀਜ਼ ਅਸਲੀ ਕਹਿ ਕੇ ਵੇਚਦੇ ਨੇ। ਉਹਦੇ ਪਤਾ ਉਦੋਂ ਲੱਗਦਾ ਜਦੋਂ ਬਾਅਦ 'ਚ ਉਹਦਾ ਰਿਜ਼ਲਟ ਆਉਂਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਨੇ ਉਹ ਕੂੜ ਨੂੰ ਐਨ ਚੰਗੀ ਤਰ੍ਹਾਂ। ਇੱਕ ਹੋਰ ਗੱਲ, ਜਿਹੜਾ ਦੇ ਸੋਨਾ ਹੈ ਅਸਲੀ, ਉਹਦੇ ਨਾਲੋਂ ਮਲੰਮੇ ਦੀ ਚਮਕ ਜ਼ਿਆਦਾ ਹੁੰਦੀ ਹੈ। ਜਿਹੜੀ ਸੋਨੇ ਦੀ ਨਕਲ ਕੀਤੀ ਹੈ ਨਾ ਕਿਸੇ ਗਹਿਣੇ 'ਤੇ, ਉਹ ਜ਼ਿਆਦਾ ਚਮਕਦਾ। ਸੋਨਾ ਜਿਹੜਾ ਉਹ ਤੋਂ ਥੋੜ੍ਹਾ ਮੱਧਮ ਹੁੰਦਾ, ਉਹ ਇੰਨਾ ਨਹੀਂ ਚਮਕਦਾ। ਪਰ ਕੁਝ ਦਿਨਾਂ ਬਾਅਦ ਸੋਨਾ ਫਿਰ ਆਪਣੇ ਉਸੇ ਰੂਪ ਰੰਗ 'ਚ ਰਹਿੰਦਾ। ਜਿਹੜੀ ਨਕਲ ਚਮਕ ਸੀ ਉਹ ਜਿਹੜੀ ਹੈ ਲੱਥ ਜਾਂਦੀ ਹੈ, ਥੱਲਿਓਂ ਪਤਾ ਲੱਗ ਗਿਆ ਇਹਦੇ ਥੱਲੇ ਤਾਂਬਾ ਹੀ ਹੈ, ਇਹਦਾ ਪਿੱਤਲ ਸੀ, ਕਹਿੰਦੇ ਐਵੇਂ ਸੋਨਾ ਸਮਝ ਲਿਆ। ਐਵੇਂ ਕੂੜ ਕਮਾਵਨ, ਝੂਠ ਬੋਲਣ ਰੂਪੀ, ਕਾਮ ਕ੍ਰੋਧ ਵਿਕਾਰਾਂ ਰੂਪੀ ਹੀ ਕਮਾਈ ਕਰਦੇ ਨੇ, ਜਿਸ ਕਰਕੇ ਦੁੱਖ ਲੱਗਦਾ ਭਾਰਾ ਭਾਰੀ ਦੁੱਖ ਲੱਗਦਾ ਹੈ ਉਹਨਾਂ ਨੂੰ ਜੰਮਣ ਮਰਨ ਦਾ। ਭਰਮੇ ਭੁੱਲੇ ਫੇਰਨ ਦਿਨ ਰਾਤੀ। ਭਰਮ ਵਿੱਚ ਭੁੱਲੇ ਨੇ ਵਿਚਾਰੇ ਮਨਮੁਖ, ਕਹਿੰਦੇ ਵੀ ਉਹਨਾਂ ਨੂੰ ਭੁਲੇਖਾ ਪੈ ਗਿਆ। ਉਹੀ ਭੁਲੇਖਾ ਜਿਹੜਾ ਟਟੀਰੀ ਨੂੰ ਕਹਿੰਦੇ ਪਿਆ, ਉਹ ਆਕਾਸ਼ ਮੈਂ ਹੀ ਚੁੱਕਿਆ ਹੈ। ਜੇ ਮੈਂ ਲੱਤਾਂ ਹੇਠਾਂ ਕਰ ਲਵਾਂ ਤੇ ਕਹਿੰਦੇ ਆਕਾਸ਼ ਡਿੱਗ ਸਕਦਾ। ਇਹ ਮਨਮੁਖਾਂ ਨੂੰ ਭਰਮ ਪੈ ਗਿਆ। ਕਹਿੰਦੇ ਦੁਨੀਆ ਤਾਂ ਸਾਡੇ ਕਰਕੇ ਹੀ ਹੈ, ਜੇ ਅਸੀਂ ਨਾ ਹੋਈਏ ਤਾਂ ਇੱਥੇ ਤਾਂ ਕੁਝ ਵੀ ਨਹੀਂ ਹੈ, ਬਸ ਅਸੀਂ ਹੈ। ਉਹ ਭਰਮ ਵਿੱਚ ਭੁੱਲੇ ਹੋਏ ਨੇ, ਰਾਤ ਦਿਨ ਧੱਕੇ ਖਾਂਦੇ ਫਿਰਦੇ ਹਨ। ਮਰ ਜਨਮ ਹੀ ਜਨਮ ਗਵਾਵਣਿਆ। ਬਸ ਉਹ ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ। ਜਨਮ ਲੈ ਕੇ ਉਹਨਾਂ ਨੇ ਆਪਣਾ ਖੂਹ ਖਾਤੇ ਪਾ ਲਿਆ, ਜ਼ਿੰਦਗੀ ਖਰਾਬ ਕਰ ਲਈ ਮਨਮੁਖਾਂ ਨੇ, ਨਿੰਦਕਾਂ ਦੇ ਪਿੱਛੇ ਲੱਗਣ ਵਾਲਿਆਂ ਨੇ। ਸੱਚਾ ਸਾਹਿਬ ਮੈਂ ਅਤ ਪਿਆਰਾ। ਆਤ ਬੋਲਾ ਬੋਲਣਾ, ਸੱਚਾ ਸਾਹਿਬ ਮੈਂ ਆਤ ਪਿਆਰਾ। ਅਤਿਅੰਤੀ ਕਹਿੰਦੇ ਜੋ ਸੱਚਾ ਸਦਾ ਰਹਿਣ ਵਾਲਾ ਸਾਹਿਬ ਮਾਲਕ ਹੈ, ਉਹ ਮੈਨੂੰ ਅਤਿਅੰਤੀ ਪਿਆਰਾ ਹੈ, ਬਹੁਤ ਹੀ ਚੰਗਾ ਲੱਗਦਾ ਏ। ਪੂਰੇ ਗੁਰ ਕੈ ਸ਼ਬਦ ਆਧਾਰਾ। ਉਸ ਪੂਰਨ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਮੈਨੂੰ ਗੁਰੂ ਸ਼ਬਦ ਦੁਆਰਾ ਪ੍ਰਾਪਤ ਹੋਇਆ। ਪੂਰੇ ਗੁਰ ਕੈ ਸ਼ਬਦ ਆਧਾਰਾ, ਪੂਰਨ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਮੈਨੂੰ ਆਸਰਾ ਮਿਲਿਆ ਹੈ। ਆਸਰਾ ਰੂਪ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋਇਆ ਹੈ। ਨਾਨਕ ਨਾਮੇ ਮਿਲੈ ਵਡਿਆਈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤੀਸਰੇ ਸਰੂਪ ਵਿੱਚ ਵੀ ਨਾਮ ਜਪਣ ਕਰਕੇ ਨਾਮ ਵਾਲੇ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ, ਪਰਮੇਸ਼ਰ ਦੀ ਪ੍ਰਾਪਤੀ ਦੀਆਂ। ਦੁੱਖ ਸੁਖ ਸਭ ਕਰ ਜਾਣਿਆ। ਦੁੱਖ ਤੇ ਸੁਖ ਨੂੰ ਇੱਕੋ ਜਿਹਾ ਕਰਕੇ ਜਾਣਦੇ ਨੇ ਸਦਾ। ਜਿਹਾ ਦੁੱਖ ਤਿਹਾ ਸੁਖ, ਨਾ ਦੁੱਖ ਨਾ ਸੁਖ, ਇਹ 'ਚ ਫਰਕ ਹੀ ਨਹੀਂ ਰੱਖਦੇ ਤੇ ਸਦਾ ਆਨੰਦ ਵਿੱਚ ਰਹਿੰਦੇ ਹਨ। ਦੁੱਖ ਸੁਖ ਸਮ ਕਰ ਜਾਣਿਆ। ਜਿਹੜੇ ਦੁੱਖ ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣਦੇ ਨੇ, ਉਹਨਾਂ ਨੂੰ ਨਾਮ ਜਪਣ ਦੀ ਵਡਿਆਈ ਗੁਰੂ ਅਮਰਦਾਸ ਸਾਹਿਬ ਕਹਿੰਦੇ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹਉਮੈ ਨੂੰ ਦੂਰ ਕਰਕੇ ਗੁਰੂ ਦਾ ਆਸਰਾ ਲੈ ਕੇ ਤੇ ਨਾਮ ਜਪ ਕੇ ਕਲਿਆਣ ਦਾ ਉਪਦੇਸ਼ ਦਿੱਤਾ ਹੈ। ਤੇ ਮਨਮੁਖ ਆਪ ਵੀ ਡੁੱਬਦੇ ਨੇ ਤੇ ਉਹਨਾਂ ਮਗਰ ਲੱਗੀਆਂ ਭੀੜਾਂ ਵੀ ਗਰਕ ਹੁੰਦੀਆਂ ਨੇ, ਜੰਮਦੇ ਮਰਦੇ ਹਨ, ਪਰ ਅਖੀਰ ਤੀਕਰ ਆਪਣੇ ਆਪ ਨੂੰ ਹੀ ਸਹੀ ਕਹਿੰਦੇ ਨੇ। ਆਪ ਵੀ ਗਰਕ ਹੁੰਦੇ ਨੇ, ਦੁਨੀਆ ਨੂੰ ਵੀ ਗਰਕ ਕਰਦੇ ਨੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ਣੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਿੰਦ ਬਖਸ਼ਣਹਾਰ ਹੈ, ਬਖਸ਼ ਲੈਣਾ। ਸੱਚਾ ਸਾਹਿਬ ਮੈਂ ਅਤ ਪਿਆਰਾ। ਪੂਰੇ ਗੁਰ ਕੈ ਸ਼ਬਦ ਆਧਾਰਾ। ਨਾਨਕ ਨਾਮੇ ਮਿਲੈ ਵਡਿਆਈ। ਦੁੱਖ ਸੁਖ ਸਾਮ ਕਰ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ